ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਦੁਰਗਾ ਪ੍ਰਬੋਧ ਭਾਗ 27ਵਾਂ। ਦੋਹਰਾ। ਇਹ ਭਾਈ ਗੁਰਦਾਸ ਦੇ ਦਿੱਤੇ ਮੈਂ ਪ੍ਰਮਾਣ, ਜੇਕਰ ਮੰਨੇ ਇਹਨਾਂ ਨੂੰ ਕਿਉਂ ਨਾ ਬਣੇ ਸੁਜਾਨ। ਪੀਪੇ ਭਗਤ ਦੀ ਸਾਖੀ। ਦੋਹਰਾ। ਹੁਣ ਪੀਪੇ ਦੀ ਕਥਾ ਦਾ ਸੁਣ ਲੈ ਥੋੜਾ ਹਾਲ, ਜਿਸ ਦੇਵੀ ਦੇ ਪੂਜਣੋਂ ਗੰਢੇ ਦਿੱਤੇ ਗਾਲ। ਪੀਪਾ ਜੀ ਸਾ ਰਾਜਾ ਭਾਰਾ, ਦੁਰਗਾ ਦਾਸਾ ਭਗਤ ਵਿਚਾਰਾ। ਪੂਜਾ ਉਸਦੀ ਸਾਨਿਤ ਕਰਦਾ, ਸਿੰਘ ਬਾਣੀ ਕਹਿ ਕਹਿ ਡਰਦਾ। ਦੇਵੀ ਬਿਨਾ ਨਾ ਮੰਨੇ ਹੋਰ, ਆਖੇ ਬਿਨ ਦੇਵੀ ਸਭ ਚੋਰ। ਹੋਰ ਕਿਸੇ ਦੀ ਗੱਲ ਨਾ ਭਾਵੈ, ਸਦਾ ਨਾਮ ਦੇਵੀ ਦਾ ਧਿਆਵੈ। ਜਦ ਉਸ ਦੇ ਫਿਰ ਜਾਗੇ ਭਾਗ, ਲੱਗੀ ਧਰਮ ਦੀ ਆਕੇ ਲਾਗ। ਤਾਂ ਇੱਕ ਸਮਾਂ ਅਜਿਹਾ ਆਇਆ, ਜਿਨ ਦੇਵੀ ਤੇ ਉਸੇ ਹਟਾਇਆ। ਕੁਛ ਕੁ ਸੰਤ ਗਿਆਨੀ ਤਾਂ ਆਏ, ਬਾਗ ਵਿਖੇ ਜਿਨ ਡੇਰੇ ਲਾਏ। ਜਿਨ ਕੀ ਸੋਹਣੀ ਉਪਮਾ ਤਕਨੀਕੀ, ਬਿਸਰੀ ਸ਼ੁੱਧ ਪੀਪੇ ਕੇ ਜੀ ਕੀ। ਗਿਆ ਪਾਸ ਤਿਨਕੇ ਕਰ ਸ਼ਰਧਾ, ਰੰਚਕ ਰੱਖੀ ਨਾ ਸਪਰਦਾ। ਜਦ ਸਾਧਾਂ ਨੇ ਰਾਜ ਨਿਹਾਰਾ, ਵੱਡਾ ਪ੍ਰੇਮੀ ਸਿਦਕੀ ਪਹਾਰਾ। ਤਬ ਪੂਛੀ ਬਿਰਥਾ ਮਨ ਗਈ, ਕੇਸ ਦੀ ਸੇਵਾ ਕਰੋ ਭਾਈ। ਤਬ ਤਿਨ ਕਹੀ ਚੰਡਕਾ ਧਿਆਵੋ, ਤਿਸ ਤੇ ਮਨ ਇੱਛੇ ਫਲ ਪਾਵੋ। ਤਿਸ ਤੇ ਬਿਨਾ ਹੋਰ ਨਾ ਭਾਵੈ, ਤਿਸ ਸੇਵਾ ਮੈਂ ਮਨ ਸੁਖ ਪਾਵੈ। ਦੋਹਰਾ। ਸੁਣ ਪੀਪੇ ਦੇ ਬਚਨ ਨੂੰ ਹੱਸੇ ਸਾਧ, ਮਤ ਮਾਨ ਕਹੀ ਭੂਪ ਤੂੰ ਗਿਰ ਰਹਾ, ਵੱਡੇ ਕੂਪ ਗਿਆਨ। ਚੌਪਈ। कौन अहे देवी सुन राजा, जिसकी ओर जात है भाजा। ये तो मूर्ख जन की रीति, जो तय करी लाज तज जी की। है अज्ञानी मन परचावा, इसके जपे सिद्ध कद पावा। नहीं मुक्त को मार्ग ए, इस में भूल नहीं मन दे। है सत संगत या है सत संग मुक्त का मार्ग, परत पार जो तय मन तहर्ग। ताते तैं ये कया कर लिया, बिरथा समा हाथ से दिया। अर अनगिनता दर्भ लुटाया, जो काहूँ शुभ काम न आया। महा अविद्या पूजन लागा, कोड़े साम जग अहे अभागा। जब साधन ऐसा उपदेश, करा सुनत ही तुरत नरेश। भया ज्ञान मैं नीके लीन, तज देवी होयो निर्दीन। जो तिस की तब ही गत भई, जब सिखिया साधन ते लई। सो भगतन की परती माए, पढ़ कर देखो संशय नाय। जिस का कुछ संक्षेप बताऊं, तुमरे मन को भरम गवाऊं। यथा परती भगता पीपा भगत दी कथा। चौपई। मिये महते और सियाने, राजे देख हो रहे हैराने। साधों को बुलाए ले आए, राजा पास जवान बिठाए। राजा चरण पकड़ तिन रहा, गद गद होए बचन्यों कहा। मैं उन राण ने ठगियो जाई, अब लो बिरथी औद गवाई। मैं मूर्ख जन्म अमोलक हारा, गई औद को देवन हारा। दोहरा। इन सरपन मैं खाया, सब अंग बिख गई धाए। गारड़ तुम हर साध हो, मैं तुमरी शरणाए। भाव। जद पीपे भगत ने साधां दे बचनां नूं घर आ के विचारिया अर सच्चे पाए, तद उसे वेले संतां नूं अपने घर बुलाया। अर अपनी उस उमरा गई दा जो देवी पूजन करदियां बीती सी, पश्चाताप कीता ते आखिया कि हे महाराज, इस रंडी ने मैनू ठग लीता है। और इस सरपनी दे विश्वास दी जहर मेरे रोम रोम विच रच गई सी।
ਇਸ ਵਾਸਤੇ ਤੁਸੀਂ ਸੰਤ ਇਸ ਵੇਖ ਦੇ ਉਤਾਰਨੇ ਲਈ ਇੱਕ ਪ੍ਰਕਾਰ ਦੇ ਗਾਰੜੂ ਹੋ, ਜਿਸ ਤੇ ਇਸ ਤੋਂ ਛੁਡਾਓ। ਪੀਪੇ ਦੇ ਇਹਨਾਂ ਦੀਨਤਾ ਵਾਲੇ ਬਚਨਾਂ ਨੂੰ ਸੁਣ ਕੇ ਸਾਧਾਂ ਨੇ ਤਤ ਗਿਆਨ ਦਾ ਉਪਦੇਸ਼ ਕੀਤਾ ਅਤੇ ਦੇਵੀ ਦਾ ਭਰਮ ਦੂਰ ਕਰ ਦਿੱਤਾ, ਜਿਸ ਤੇ ਰਾਜਾ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ। ਦੋਹਰਾ। ਇਸ ਰਾਜਾ ਦੀ ਕਥਾ ਪਰ ਤੈਂ ਕਰਿਆ ਕੁਛ ਖਿਆਲ, ਕੈਸਾ ਸੁਖ ਤਿਨ ਪਾਇਆ ਦੇਵੀ ਛੱਡ ਜੰਜਾਲ। ਦੁਰਗਾ ਭਗਤ। ਦੋਹਰਾ। ਜੇ ਦੁਰਗਾ ਦੇ ਪੂਜਿਆਂ ਐਵੇਂ ਜਾਂਦਾ ਕਾਲ, ਮੁੜ ਕੇ ਹੱਥ ਨ ਆਮਦੀ ਗਈ ਉਮਰ ਲੱਖ ਭਾਲ। ਤਦ ਦਸਵੇਂ ਗੁਰ ਕਿਉਂ ਕਰੇ 2.5 ਸਾਲ ਖਰਾਬ, ਦੇਵੀ ਪੂਜਨ ਵਿੱਚ ਸਨ ਉੱਤਰ ਦੇ ਸ਼ਤਾਬ। ਭਾਵ ਜੇ ਪੀਪੇ ਭਗਤ ਦੇ ਕਥਨਾਂ ਅਨੁਸਾਰ ਦੇਵੀ ਦੇ ਪੂਜਣੇ ਵਾਲੇ ਸਮੇਂ ਦੀ ਉਮਰਾ ਬ੍ਰਿਥਾ ਜਾਂਦੀ ਹੈ, ਤਾਂ ਦਸਮ ਗੁਰੂ ਜੀ ਤਾਂ ਇਸ ਭਗਤ ਦੀ ਤਰ੍ਹਾਂ ਅਗਿਆਨੀ ਨਹੀਂ ਸਨ। ਫਿਰ ਉਹਨਾਂ ਨੇ ਕਿਉਂ 2.5 ਸਾਲ ਤੱਕ ਹਵਨ ਕਰਨ ਵਿੱਚ ਸਮਾਂ ਬਿਤਾਇਆ ਸੀ, ਔਰ ਵਿਅਰਥ ਕੰਮ ਕਰਨ ਤੇ ਕਿਆ ਲਾਭ ਸੀ? ਤਾਂ ਤੇ ਕੁਛ ਨਾ ਕੁਛ ਤਾਂ ਫਲ ਹੋਵੇਗਾ ਹੀ। ਨਹੀਂ ਐਸੇ ਅਵਤਾਰ ਆਪਣੇ ਜੀਵਨ ਦਾ ਪਵਿੱਤਰ ਸਮਾਂ ਐਵੇਂ ਕਦ ਖੋਂਦੇ ਹਨ। ਤਤ ਖਾਲਸਾ। ਦੋਹਰਾ। ਸ਼ੰਕਾ ਤੇਰੀ ਸਤ ਹੈ, ਪਰ ਜਦ ਕਰੇ ਵਿਚਾਰ, ਤਦ ਗੁਰੂ ਜੀ ਨੇ ਨਾ ਕਾ ਉੱਤਮ ਸਮਾਂ ਵਿਕਾਰ। ਤਦ ਸ਼ੰਕਾ ਤੇਰੀ ਸਤ ਹੈ, ਪਰ ਜਦ ਕਰੇ ਵਿਚਾਰ, ਤਦ ਗੁਰੂ ਜੀ ਨੇ ਨਾ ਕੀਆ ਉੱਤਮ ਸਮਾਂ ਵਿਕਾਰ। ਭਾਵ ਇਹ ਸ਼ੰਕਾ ਭਾਵੇਂ ਸਤ ਪ੍ਰਤੀਤ ਹੁੰਦੀ ਹੈ, ਪਰੰਤੂ ਗੁਰੂ ਜੀ ਮਹਾਰਾਜ ਦੇ ਜੀਵਨ ਬਿਰਤਾਂਤ ਨੂੰ ਪੜ੍ਹੀਦਾ ਹੈ ਤਾਂ ਸਾਫ਼ ਪ੍ਰਤੀਤ ਹੋ ਜਾਂਦਾ ਹੈ। ਜੋ ਗੁਰੂ ਜੀ ਮਹਾਰਾਜ ਨੇ ਆਪਣਾ ਸਮਾਂ ਇਸ ਦੁਰਗਾ ਦੇ ਝਬੇਲੇ ਵਿੱਚ ਵਿਅਰਥ ਨਹੀਂ ਖੋਇਆ ਸੀ, ਕਿੰਤੂ ਗੁਰੂ ਜੀ ਉਹਨਾਂ ਦਿਨਾਂ ਵਿੱਚ ਪੁਰਾਣਾਂ ਦੀ ਕਥਾ ਚਰਿੱਤਰਾਂ ਦੀ ਰਚਨਾ ਕਰ ਰਹੇ ਸਨ, ਜਿਸ ਤੇ ਉਹਨਾਂ ਦਾ ਪੂਜਨ ਜਾਂ ਹਵਨ ਕਰਨ ਵਿੱਚ ਕੋਈ ਵੀ ਖਿਆਲ ਨਹੀਂ ਸਾ। ਕੇਵਲ ਪੰਡਿਤ ਲੋਕ ਹੀ ਆਪਣੇ ਪੇਟ ਪਾਲਣੇ ਅਰ ਪਖੰਡ ਨੂੰ ਸੱਚ ਕਰਕੇ ਦਿਖਾਉਣ ਵਾਸਤੇ ਯਤਨ ਕਰ ਰਹੇ ਸਨ, ਪਰੰਤੂ ਗੁਰੂ ਜੀ ਕਦੇ ਕਦੇ ਸ਼ਿਕਾਰ ਜਾਂ ਸੈਰ ਨੂੰ ਗਏ ਹੋਏ ਉਹਨਾਂ ਦੀ ਲੀਲਾ ਦੇਖ ਆਉਂਦੇ ਸਨ, ਔਰ ਇਤਨਾ ਪੁੱਛ ਛੱਡਦੇ ਸਨ ਕਿ ਕਿਉਂ ਬ੍ਰਾਹਮਣ ਜੀ ਦੇਵੀ ਪ੍ਰਗਟ ਕਿਉਂ ਨਾ ਹੋਈ। ਇਸ ਦੇ ਸਬੂਤ ਗੁਰ ਬਿਲਾਸ ਵਿੱਚੋਂ ਵੀ ਮਿਲਦੇ ਹਨ, ਜੋ ਅਸੀਂ ਪਹਿਲੇ ਲਿਖ ਆਏ ਹਾਂ। ਪਰੰਤੂ ਜਦ ਉਸ ਸਾਲ ਦੇ ਗੁਰੂ ਜੀ ਮਹਾਰਾਜ ਦੀ ਕਲਮੋਂ ਹੋਏ ਕੰਮ ਸਾਡੇ ਪਾਸ ਪੂਰੀ ਗਵਾਹੀ ਹਨ, ਤਦ ਹੋਰ ਦੀ ਕੋਈ ਲੋੜ ਨਹੀਂ ਹੈ। ਪਹਿਲੇ ਸੰਬਤ 1753 ਬਿਕਰਮੀ ਵਿੱਚ ਗੁਰੂ ਜੀ ਨੇ 104 ਚਰਿੱਤਰਾਂ ਦੇ ਪੁਸਤਕ ਨੂੰ ਰਚਿਆ ਸਾ, ਜੋ ਇੱਕ ਵੱਡਾ ਪੁਸਤਕ ਵੱਡੀ ਕਾਵਿ ਰਚਨਾ ਨਾਲ ਭਰਿਆ ਹੋਇਆ ਹੈ, ਔਰ ਉਸ ਦੇ ਪੂਰਾ ਹੋਣ ਦੀ ਤਾਰੀਖ ਵੀ ਗੁਰੂ ਜੀ ਨੇ ਆਪ ਦਿੱਤੀ ਹੈ। ਯਥਾ ਚੌਪਈ। ਸੰਮਤ 17 ਸਹਿਜ ਭਣੀਜੈ, ਅਰਧ ਸਹਿਜ ਫੁਨ 3 ਕਹੀਜੈ। ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤੁਦਰਵ ਗ੍ਰੰਥ ਸੁਧਾਰਾ। ਇਸ ਸੰਮਤ ਤੇ ਸਾਫ਼ ਸਿੱਧ ਹੁੰਦਾ ਹੈ ਕਿ ਗੁਰਬਿਲਾਸਾਂ ਦੇ ਕਥਨਾਂ ਅਨੁਸਾਰ ਤਦ ਹਵਨ ਦਾ ਆਰੰਭ ਹੋ ਗਿਆ ਸੀ, ਪਰੰਤੂ ਗੁਰੂ ਜੀ ਉਸ ਸਮੇਂ ਇਸ ਪੁਸਤਕ ਨੂੰ ਬਣਾ ਰਹੇ ਸਨ। ਇਸ ਦੇ ਅੱਗੇ ਜੋ ਲੋਕ ਦੇਵੀ ਦੇ ਪ੍ਰਗਟ ਹੋਣੇ ਅਰ ਹਵਨ ਕਰਨ ਦਾ ਸੰਬੰਧ ਕਥਨ ਕਰਦੇ ਹਨ, ਉਸ ਸਮੇਂ ਗੁਰੂ ਜੀ ਰਾਮਾ ਅਵਤਾਰ ਨੂੰ ਰਚਦੇ ਸਨ, ਜਿਸ ਤੇ ਉਸ ਦੇ ਪੂਰਾ ਹੋਣ ਦੀ ਤਾਰੀਖ ਵੀ ਗੁਰੂ ਜੀ ਮਹਾਰਾਜ ਇਸ ਪ੍ਰਕਾਰ ਕਥਨ ਕਰਦੇ ਹਨ। ਯਥਾ ਚੌਪਈ। ਸੰਮਤ 17 ਸਹਿਜ 55 ਹਾੜ ਵਧੀ ਪ੍ਰਿਥ ਮੈਂ ਸੁਖਦਾਵਨ, ਤਬ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੁੱਲ ਪਰੀ ਲੈ ਲਓ ਸੁਧਾਰਾ। ਦੋਹਰਾ। नेत्र तुंग चरण तुंग के चरण तर, सत द्रव तीर्थ रंग, श्री भगवत पूर्ण कियो रागबर कथा प्रसंग। इस तारीख ਦੇ ਸਾਬਤ ਹੁੰਦਾ ਹੈ ਕਿ ਉਹਨਾਂ ਦਿਨਾਂ ਵਿੱਚ ਜੋ ਦੇਵੀ ਪੂਜਨ ਅਤੇ ਪ੍ਰਗਟਨ ਦੇ ਹਨ, ਗੁਰੂ ਜੀ ਮਹਾਰਾਜ ਨੇ ਰਾਮਚੰਦਰ ਦੇ ਰਾਮਾਇਣ ਦਾ ਤਰਜਮਾ ਕੀਤਾ ਸੀ, ਜਿਸ ਤੇ ਉਹਨਾਂ ਦੇ ਖੁਦ ਲਿਖਿਆ ਹੈ ਕਿ ਨੇਤਰ ਤੁੰਗ ਨਾਮੇ ਜੋ ਉਹ ਪਹਾੜੀ ਜਿਹੜੀ ਅਨੰਦਪੁਰ ਸਾਹਿਬ ਦੇ ਉੱਤੇ ਹੈ, ਉਹ ਇੱਕ ਉੱਚੀ ਚੋਟੀ ਵਾਲੀ ਹੈ, ਜਿਸ ਨੂੰ ਪਹਾੜ ਦੀ ਅੱਖ ਕਹਿੰਦੇ ਹਨ।
ਇਸੇ ਵਾਸਤੇ ਉਸ ਦਾ ਨਾਮ ਨੇਤਰਤੁੰਗ ਅਰਥਾਤ ਉੱਚੀ ਪਹਾੜੀ ਦੀ ਅੱਖ ਸੱਦਿਆ ਜਾਂਦਾ ਹੈ। ਉਸ ਜਗ੍ਹਾ ਪਰ ਮੂਰਤੀ ਪੂਜਕਾਂ ਦੇ ਇੱਕ ਦੇਵੀ ਦਾ ਮੰਦਰ ਬਣਾਉਣ ਕਰਕੇ ਨੈਣਾ ਦੇਵੀ ਨਾਮ ਰੱਖਿਆ ਗਿਆ ਹੈ, ਅਰਥਾਤ ਪਹਾੜ ਦੇ ਨੇਤਰ ਉੱਤੇ ਦੇਵੀ ਦਾ ਮਕਾਨ ਹੈ। ਫਿਰ ਉਸ ਗ੍ਰੰਥ ਦੇ ਪੂਰਾ ਕਰਨ ਅਰ ਰਚਨ ਦਾ ਪਤਾ ਸਤਲੁਜ ਦਰਿਆ ਦਾ ਕਿਨਾਰਾ ਵੀ ਦਿੱਤਾ ਹੈ, ਜਿਸ ਤੇ ਪੂਰੇ ਪਤੇ ਨਾਲ ਕਈ ਹਜ਼ਾਰਾਂ ਸਾਲਾਂ ਮਗਰੋਂ ਵੀ ਮਾਲੂਮ ਹੋ ਜਾਏ ਕਿ ਇਹ ਸਥਾਨ ਹੈ ਜਿਸ ਜਗ੍ਹਾ ਪਰ ਗੁਰੂ ਜੀ ਨੇ ਇਸ ਗ੍ਰੰਥ ਦੀ ਰਚਨਾ ਕੀਤੀ ਸੀ। ਇਸ ਤੇ ਸਾਫ਼ ਸਾਬਤ ਹੁੰਦਾ ਹੈ ਕਿ ਗੁਰੂ ਜੀ ਉਹਨਾਂ ਦਿਨਾਂ ਵਿੱਚ ਆਪਣਾ ਅਮੋਲਕ ਸਮਾਂ ਇਸ ਤਰ੍ਹਾਂ ਨਾਲ ਬਿਤਾਉਂਦੇ ਸੀ, ਹੋਰ ਦੇਵੀ ਪੂਜਨ ਜੈਸੇ ਥੋਥੇ ਕਾਰਜਾਂ ਪਰ ਨਹੀਂ ਖੋਂਦੇ ਸਨ। ਇਸ ਤੇ ਬਿਨਾਂ ਜੋ ਗੁਰੂ ਜੀ ਮਹਾਰਾਜ ਨੇ ਆਪ ਬੈਠ ਕੇ ਹਵਨ ਕਰਾਉਣ ਵਿੱਚ ਸਮਾਂ ਲਗਾਇਆ ਸਾ, ਸੋ ਵੀ ਉਹਨਾਂ ਨੇ ਉਸ ਅਕਾਲ ਪੁਰਖ ਦੀ ਆਗਿਆ ਨੂੰ ਪੂਰਾ ਕਰਨ ਲਈ ਲਾਇਆ ਸਾ, ਜੋ ਜਾਏ ਤਾਰ ਤੈ ਧਰਮ ਚਲਾਏ, ਕੋ ਬਹੁਤ ਕਰਮ ਤੇ ਲੋਗ ਹਟਾਏ। ਸੋ ਅਕਾਲ ਪੁਰਖ ਤੇ ਛੁੱਛੇ ਕਿਸੇ ਹੋਰ ਦਾ ਪੂਜਨ ਕੁਬੁੱਧ ਸੀ। ਜਿਸ ਨੂੰ ਲੋਕਾਂ ਸਾਹਮਣੇ ਪ੍ਰਗਟ ਕਰਕੇ ਇਸ ਕੁਕਰਮ ਨੂੰ ਦੂਰ ਕੀਤਾ। ਇਸ ਵਾਸਤੇ ਇਹ ਵੀ ਸਮਾਂ ਉਹਨਾਂ ਦੇ ਪੁਰਖਾਰਥ ਦਾ ਇੱਕ ਹਿੱਸਾ ਸਾ, ਜਿਸ ਤੇ ਸਫਲਾ ਸੀ। ਦੋਹਰਾ ਇਸ ਸ਼ੰਕਾ ਦਾ ਰਿਆ ਨਾ ਰੰਚਕ ਮਾਤਰ ਲੇਸ਼, ਜਾਂ ਤੇ ਗੁਰ ਨਾ ਬੰਦ ਥੇ ਜਾਣਤ ਕਿਸੇ ਕਲੇਸ਼। ਸਿਰਲੇਖ ਸਾਧੂ ਸੰਤਾਂ ਦੇ ਨਿਸ਼ਚੈ ਸੁੰਦਰਦਾਸ। ਦੋਹਰਾ ਅੱਗੇ ਸੁਣ ਲੈ ਸਾਧ ਜੋ ਆਖਣ ਦੇਵੀ ਹੇਤ, ਇਸ ਦਾ ਬੀਨਾ ਰੱਖਸਾਂ ਤੈਨੂੰ ਗੁੱਜਾ ਭੇਤ। ਚੌਪਈ ਦਾਦੂ ਲਾਮ ਸਾਧ ਜੋ ਪੂਰਾ, ਸ਼ੁਭ ਗੁਣ ਤੇ ਸਾ ਨਹੀਂ ਅਧੂਰਾ। ਜਿਸ ਦੀ ਕਥਾ ਕਹਿਣ ਸਭ ਐਸੇ, ਗੁਰ ਬਲਾਸ ਲਿਖਦੇ ਹਨ ਜੈਸੇ। ਉਸ ਦੀ ਬਣੀ ਸਮਾਧੀ ਹੋ ਜੋਈ, ਦਸਮ ਗੁਰੂ ਜਬ ਨਿਰਖੀ ਸੋਈ। ਤੀਰ ਸਾਥ ਤਿਸ ਸੀਸ ਨਿਵਾਇਆ, ਜਿਸ ਪਰ ਸਿੱਖਾਂ ਬੁਰਾ ਮਨਾਇਆ। ਲੱਗੇ ਕਹਿਣ ਗੁਰੂ ਜੀ ਮਹਾਰਾਜਾ, ਇਹ ਤੋਂ ਕੀਨਾ ਕਾਮ ਅਕਾਜਾ। ਤਾਤੇ ਹੈ ਤਨਖਾਹ ਲਗਾਨੀ, ਹਮੇ ਗੁਰੂ ਸੁਨ ਸਿੱਖਨ ਬਾਨੀ। ਨਾ ਤਾਤੇ ਹੈ ਤਨਖਾਹ ਲਗਾਨੀ, ਹਸੇ ਗੁਰੂ ਸੁਨ ਸਿੱਖਨ ਬਾਨੀ। ਕਹੀ ਖਾਲਸਾ ਜੋ ਜੇ ਭਾਇਓ, ਸੋ ਹਮਨੇ ਤੁਮਕੋ ਅਜ਼ਮਾਇਓ। ਪਰ ਹੈ ਮੜੀਅਨ ਸੀਸ ਝੁਕਾਨਾ, ਧਰਮ ਵਿਰੁੱਧ ਠੀਕ ਹਮ ਜਾਨਾ। ਤਾਤੇ ਤੁਮ ਤਨਖਾਹ ਲਗਾਓ, ਆਪਣਾ ਨਿਸ਼ਚਾ ਨਾ ਡੁਲਾਓ। ਸਵਾ ਪਾँच ਮੈਂ ਤਬੀ ਰੁਪਈਆ, ਦਿਆ ਗੁਰੂ ਨਾ ਸਵਾ पाँच ਸੈ ਤਬੀ ਰੁਪਈਆ, ਦਿਆ ਗੁਰੂ ਤਨਖਾਹ ਬਖਸ਼ਈਆ। ਉਸ ਦਾਦੂ ਦਾ ਚੇਲਾ ਪਹਾਰਾ, ਸੁੰਦਰ ਨਾਮ ਕਹਿਤ ਜਗ ਸਾਰਾ। ਜਿਸਨੇ ਸੁੰਦਰ ਗ੍ਰੰਥ ਬਣਾਇਆ, ਗਿਆਨ ਜੋਗ ਜਿਸ ਮਾਇ ਦੜਾਇਆ। ਤਿਸ ਸੁੰਦਰ ਸਾਧੂ ਨੇ ਭਾਈ, ਦੇਵੀ ਦੀ ਹੈ ਅਲਖ ਚੁਕਾਈ। ਕਹੀ ਨਾ ਦੇਵੀ ਵਸਤੂ ਕੋਈ, ਜੋ ਲੋਕਾਂ ਮੈਂ ਪ੍ਰਗਟ ਹੋਈ। ਸੋ ਮੈਂ ਦੱਸਦਾ ਹਾਂ ਪ੍ਰਮਾਣ, ਜਿਸ ਤੇ ਲੈਵੇਂ ਤਤ ਪਛਾਣ। ਯਥਾ ਸੁੰਦਰਦਾਸ ਕਬਿਤ। ਆਪਨੋ ਹੀ ਭਾਵ ਸੋ ਤੋ ਆਪ ਹੀ ਪ੍ਰਗਟ ਹੋਤ, ਆਪ ਹੀ ਓਪ ਕਰ ਆਪ ਮਨ ਲਾਇਓ ਹੈ। ਦੇਵੀ ਹੈ ਨਾ ਦੇਵ ਕਉ ਭਾਉ, ਕੇ ਉਪਾਸੇ ਤਾਏ ਕਹੇ ਮੈਂ ਤੋ ਪੁੱਤਰ ਧਨ ਇਨਹੀ ਤੇ ਪਾਇਓ ਹੈ। ਜੈਸੇ ਸਵਾਂਕ ਹਾੜ ਕੋਚ ਚੋਰ ਕਰ ਮਾਨ ਮੋਦ, ਆਪਨੋ ਹੀ ਮੁਖ ਫੇਰ ਲੋਹੂ ਚਾਟ ਖਾਇਓ ਹੈ। ਤੈਸੇ ਹੀ ਸੁੰਦਰ ਏ ਤੋ ਆਪ ਹੀ ਚਿਤਨ ਆਏ, ਆਪਣੇ ਅਗਿਆਨ ਕਰ ਔਰ ਸੋ ਬੰਧਾਇਓ ਹੈ। ਭਾਵ ਸੁੰਦਰ ਦਾਸ ਜੀ ਨੇ ਆਪਣੇ ਨਿਸ਼ਚੇ ਦੁਆਰਾ ਪ੍ਰਗਟ ਕਰ ਦਿੱਤਾ ਹੈ ਕਿ ਇਹਨਾਂ ਆਦਮੀਆਂ ਦੇ ਆਪਣੇ ਨਿਸ਼ਚੇ ਹੀ ਇਹਨਾਂ ਨੂੰ ਦੁੱਖ ਅਤੇ ਸੁੱਖ ਦੇ ਕਾਰਨ ਹੋ ਕੇ ਦਿਖਾਈ ਦਿੰਦੇ ਹਨ। ਹੋਰ ਨਾ ਕੋਈ ਦੇਵੀ ਹੈ ਨਾ ਦੇਵਤਾ, ਕੇਵਲ ਇਹਨਾਂ ਭਰਮੀਆਂ ਲੋਕਾਂ ਦੀ ਆਪਣੀ ਹੀ ਕਲਪਨਾ ਹੈ। ਜਿਸ ਤਰ੍ਹਾਂ ਸੁੱਕੀ ਹੱਡੀ ਨੂੰ ਜਦ ਕੁੱਤਾ ਚੱਬਦਾ ਹੈ, ਤਦ ਉਸ ਦੇ ਆਪਣੇ ਹੀ ਦੰਦਾਂ ਦਾ ਲੋਹੂ ਨਿਕਲ ਜਾਂਦਾ ਹੈ ਜਾਂ ਨਿਕਲਦਾ ਹੈ, ਜਿਸ ਨੂੰ ਉਹ ਇਹ ਜਾਣਦਾ ਹੈ ਕਿ ਇਹ ਹੱਡੀ ਵਿੱਚੋਂ ਨਿਕਲਿਆ ਹੈ, ਸਗੋਂ ਜ਼ਿਆਦਾ ਚੱਟਦਾ ਹੈ।
ਇਸੇ ਤਰ੍ਹਾਂ ਇਹ ਮੂਰਖ ਲੋਕ ਵੀ ਦੇਵੀ ਦੇਵਤਿਆਂ ਦੇ ਸਥਾਨਾਂ ਪਰ ਭਾਵਨਾ ਕਰ ਲੈਂਦੇ ਹਨ ਔਰ ਸੁਖ ਦੁੱਖ ਦੀ ਪ੍ਰਾਪਤੀ ਪਰ ਇਹ ਖਿਆਲ ਕਰ ਲੈਂਦੇ ਹਨ ਕਿ ਸਾਨੂੰ ਪੁੱਤਰ ਜਾਂ ਧਨ ਆਦਿਕ ਦੀ ਪ੍ਰਾਪਤੀ ਇਸ ਦੇ ਹੀ ਪੂਜਨ ਤੇ ਹੋਈ ਹੈ। ਪਰੰਤੂ ਇਹ ਸਾਰਾ ਇਹਨਾਂ ਸੰਸਾਰਿਕ ਜੀਵਾਂ ਦਾ ਆਪਣਾ ਅਗਿਆਨ ਹੈ, ਜੋ ਆਪਣੇ ਆਪ ਨੂੰ ਭੁੱਲ ਕੇ ਦੂਜੇ ਮਗਰ ਜਾ ਲੱਗੇ ਹਨ ਅਤੇ ਉਸ ਕੁੱਤੇ ਵਾਂਗ ਉਹਨਾਂ ਕਲਪਿਤ ਪਦਾਰਥਾਂ ਦੇ ਵਰ ਮੰਗਦੇ ਹਨ। ਦੋਹਰਾ ਸੁੰਦਰ ਦੇ ਇਸ ਕਥਨ ਨੂੰ ਸੋਚੋ ਭਲੀ ਪ੍ਰਕਾਰ, ਜਿਸ ਪਰ ਨਿਸ਼ਚਾ ਕਰਨ ਤੇ ਦੇਹ ਪਖੰਡ ਵਿਸਾਰ। ਦੋਹਰਾ ਗੁਰਬਾਣੀ ਗੁਰਚਰਤ ਪੁਨ ਸਿੱਖ ਗੁਰੂ ਕੋ ਜੋਏ, ਭਗਤ ਸੰਤ ਸਭ ਕਹਿਤ ਹੈ ਦੇਵੀ ਵਸਤ ਨ ਕੋਏ। ਅਰ ਤਿਸ ਕਾ ਜੋ ਮਨ ਨਾ ਹੈ ਭਾਰਾ ਗਿਆਨ, ਸੁਦੀ ਨ ਤਜਕਰ ਈਸ਼ ਕੋ ਤਿਸ ਵੱਲ ਕਰਤੋ ਧਿਆਨ। ਤਾਤੇ ਸਮਝ ਪਿਆਰਿਆ ਐਸੋ ਕਰਮ ਅਜੋਗ, ਕਿਉ ਦਸਵੇਂ ਗੁਰ ਕਰਤ ਥੇ ਜੋ ਸੇ ਪਤ ਤ੍ਰਿਲੋਕ। ਦੁਰਗਾ ਭਗਤ। ਦੋਹਰਾ ਤੇਰੇ ਬਚਨ ਵਿਚਾਰ ਕੈ ਆਈ ਮਨ ਭਰੀ ਪ੍ਰਤੀਤ, ਸਭ ਵਿਦ ਜੋ ਹੈ ਦੱਸਿਆ ਪੂਜਨ ਚੰਡ ਅਨੀਤ। ਪਰ ਇਸ ਬੀਚ ਪਹਾੜ ਦੇ ਜੋ ਹੈ ਭਵਨ ਬੁਲੰਦ, ਜਿਸ ਮੈਂ ਬੈਠੇ ਭੋਜ ਕੀ ਲੈਂਦੇ ਖੂਬ ਆਨੰਦ। ਅਚਿੰਤ ਪੂਰਣੀ ਨਾਮ ਜੋ ਨੈਣਾ ਦੇਵੀ ਨਾਮ, ਮਨਸਾ ਦੇਵੀ ਪ੍ਰਗਟ ਹੈ ਜਵਾਲਾ ਮੁਖੀ ਪਛਾਨ। ਮੇਲੇ ਇਨਕੇ ਭਰ ਰਹੇ ਪੂਜਤ ਸਭ ਸੰਸਾਰ, ਤੇਰੇ ਕਹਿਨੇ ਤੇ ਕਰਾਂ ਕਿੱਕੁਰ ਮੈਂ ਇਨਕਾਰ। ਕਿਆ ਇਹ ਐਵੇਂ ਗੱਪ ਹਨ ਤੇਰੇ ਕਥਨ ਸਮਾਨ, ਜੋ ਮੰਦਰ ਮੈਂ ਮੂਰਤੀ ਸ਼ੋਭਾ ਲਹਿਤ ਮਹਾਨ। ਭਾਵੇਂ ਗੁਰਬਾਣੀ ਗੁਰਚਰਤ ਗੁਰੂ ਦੇ ਸਿੱਖ ਭਗਤ ਅਤੇ ਸੰਤਾਂ ਦੇ ਕਥਨਾਂ ਅਨੁਸਾਰ ਤਾਂ ਦੇਵੀ ਕੋਈ ਵਸਤੂ ਨਹੀਂ ਹੈ, ਔਰ ਨਾ ਉਸ ਦਾ ਪੂਜਣਾ ਯੋਗ ਸਿੱਧ ਹੁੰਦਾ ਹੈ। ਪਰੰਤੂ ਜਦ ਮੈਂ ਪਹਾੜਾਂ ਦੇ ਵਿੱਚ ਇਹਨਾਂ ਉੱਪਰਲੇ ਨਾਮਾਂ ਦੀਆਂ ਦੇਵੀਆਂ ਦੇ ਭਵਨ ਬਣੇ ਹੋਏ ਦੇਖਦਾ ਹਾਂ, ਜਿਨ੍ਹਾਂ ਵਿੱਚ ਉਹਨਾਂ ਦੀਆਂ ਮੂਰਤੀਆਂ ਸੁਸ਼ੋਭਿਤ ਹਨ ਅਤੇ ਮੇਲੇ ਭਰ ਰਹੇ ਹਨ, ਫਿਰ ਪ੍ਰਤੀਤ ਹੁੰਦਾ ਹੈ ਕਿ ਇਹ ਜ਼ਰੂਰ ਕੋਈ ਵਸਤੂਆਂ ਹਨ ਜਿਨ੍ਹਾਂ ਨੂੰ ਸਾਰਾ ਸੰਸਾਰ ਪੂਜ ਰਿਹਾ ਹੈ। ਸੋ ਤੇਰੇ ਆਖਣੇ ਨਾਲ ਇਸ ਬਾਤ ਨੂੰ ਗੱਪ ਕਿਸ ਤਰ੍ਹਾਂ ਮੰਨਾਂ? ਇਸ ਵਾਸਤੇ ਪਹਿਲੇ ਵਿਚਾਰ ਕੇ ਇਹਨਾਂ ਦਾ ਹਾਲ ਦੱਸ, ਜੋ ਕਿਆ ਲੀਲਾ ਹੈ, ਫਿਰ ਮੈਂ ਸੋਚਾਂਗਾ ਜੋ ਸੱਚ ਕਿਹਾ ਹੈ। ਤਤ ਖਾਲਸਾ। ਦੋਹਰਾ ਇਤਨੀ ਤਾਤੈ ਹੋਸ਼ ਦੀ ਕਹੀ ਬਾਤ ਮਨ ਸੋਚ, ਮੰਦਰ ਵੱਡੇ ਦੇਖ ਕੇ ਕਿਆ ਤੂੰ ਮਨ ਲੋਚ। ਚੌਪਈ ਇਸ ਦਾ ਸਾਰਾ ਹਾਲ ਸੁਣਾਵਾਂ, ਤੇਰਾ ਸੰਛਾ ਸਗਲ ਮਿਟਾਵਾਂ। ਜਦ ਤੂੰ ਪੜ੍ਹੇ ਪੁਰਾਣੀ ਕਥਾ, ਇਸ ਮੁਲਕ ਦੀ ਬੀਤੀ ਜਥਾ, ਤਦ ਹੀ ਸਮਝ ਲਏਗਾ ਆਪ, ਕਿਉਂ ਦੇਵੀ ਦਾ ਤੁਰਿਆ ਜਾਪ। ਥੋੜਾ ਜਿਹਾ ਇੱਥੇ ਖੋਲ, ਤੈਨੂੰ ਧਿਆਨ ਦਿਖਾਏ ਨਰੋਲ। ਦੱਖਣ ਦੇਸ਼ ਮੈਂ ਮਰਹੱਟੇ, ਜੋ ਸਨ ਚੰਗੀ ਹੱਟੇ ਕੱਟੇ। ਵੱਡੇ ਬਹਾਦਰ ਅਤੇ ਦਲੇਰ, ਕਰਨ ਜੰਗ ਹੋ ਬੱਗੇ ਸ਼ੇਰ। ਜੋ ਤਿਨ ਨੇ ਕਰੇ ਅਖਾਰੇ, ਸੋ ਪ੍ਰਸਿੱਧ ਹੈਨ ਜਗ ਸਾਰੇ। ਜਾਂ ਸੋ ਪ੍ਰਸਿੱਧ ਹੈਨ ਜਗ ਸਾਰੇ। ਦੱਖਣ ਮਾਏ ਜੋਰ ਤਿਨ ਐਸਾ, ਜੰਗਲ ਵਿਖੇ ਸ਼ੇਰ ਦਾ ਜੈਸਾ। ਇਤ ਵਲ ਰਾਜਪੂਤ ਬਲਕਾਰੀ, ਸੇ ਸੈਨਾਪਤ ਦੇਸ਼ ਮਝਾਰੀ। ਜਿਨ ਕੀ ਤੇਗ ਚਮਕ ਕੇ ਆਗੇ, ਸਗਲ ਛਤਰ ਹਾਰੇ ਬਲ ਤਿਆਗੇ। ਤੇਗ ਧਨੀ ਸੇ ਜੋਧੇ ਜੰਗੀ, ਲੇਤ ਲੜਾਈ ਸੋ ਮੁਖ ਮੰਗੀ। ਇਨ ਦੋਨੋਂ ਕੁਲ ਮੈਂ ਸੁਨ ਪਿਆਰੇ, ਵਧਾ ਵੈਰ ਵੱਡ ਪਏ ਅਖਾਰੇ। ਪਰ ਮਰਹੱਟੇ ਹੋ ਗਏ ਭਾਰੀ, ਰਾਜਪੂਤ ਨੋ ਹਿੰਮਤ ਹਾਰੀ। ਜਿਨ ਕੇ ਡਰ ਕਰ ਛਪੇ ਪਹਾਰਨ, ਹੋ ਨਿਰਭੈ ਦਿਨ ਲਗੇ ਗੁਜ਼ਾਰਨ। ਪਰ ਉੱਠ ਕੇ ਰਾਜਪੂਤੀ ਜ਼ੋਰ, ਛਪੇ ਰਹਿਤ ਕਦ ਜਿਉ ਰਬ ਪਹੋਰ। ਸਗਲ ਪਹਾੜ ਫਤਿਹ ਕਰ ਲੀਨੇ, ਆਪਣੀ ਪ੍ਰਜਾ ਸਗਰੇ ਕੀਨੇ। ਵਹੀ ਧਾਰ ਬਲ ਆਪਣਾ ਪਹਾਰੀ, ਠਾकुर ਭਏ ਜੀਤ ਗਿਰਧਾਰੀ। ਜਬ ਮਰਹੱਟੇ ਭੂਪਨ ਐਸੀ, ਸੁਨੀ ਬਾਦ ਰਾਜਪੂਤਨ ਜੈਸੀ। ਤਬ ਚਾਹਾ ਤਿਨ ਪਰ ਬਲ ਪਾਨਾ, ਬਲੀ ਤੇਗ ਸੇ ਅਧਿਕ ਡਰਾਨਾ। ਦੋਹਰਾ ਰਜਪੂਤਨ ਕੀ ਕੰਨਿਆ, ਮੰਗਤ ਕਰ ਵੈ ਜੋਰ। ਤਿਸ ਪਰ ਰਾਜਕੁਮਾਰੀਆਂ, ਲੜਤ ਜੰਗ ਕਰ ਘੋਰ। ਭਾਵ ਪੁਰਾਣੀ ਤੀਰਥਾਂ
ਦੇ ਦੇਖਣੇ ਤੇ ਜਾਂ ਪੁਰਾਣੀ ਤਾਰੀਖਾਂ ਦੇ ਦੇਖਣੇ ਤੇ ਇਸ ਬਾਤ ਦੇ ਭੇਦ ਨੂੰ ਅੱਛੀ ਤਰ੍ਹਾਂ ਨਾਲ ਸਮਝਿਆ ਜਾਂਦਾ ਹੈ ਕਿ ਮੁਸਲਮਾਨਾਂ ਦੇ ਆਉਣ ਤੋਂ ਪਹਿਲੇ ਇਸ ਦੇਸ਼ ਵਿੱਚ ਦੋ ਹੀ ਕੌਮਾਂ ਵੱਡੀਆਂ ਭਾਰੀ ਸਨ, ਜਿਨ੍ਹਾਂ ਵਿੱਚੋਂ ਦੱਖਣ ਵੱਲ ਮਰਹੱਟੇ ਅਰ ਰਾਜਪੂਤਾਨੇ ਤੇ ਲੈ ਕੇ ਉੱਤਰੀ ਪੂਰਬੀ ਪਹਾੜਾਂ ਤੱਕ ਰਾਜਪੂਤ ਰਾਜ ਕਰਦੇ ਸਨ। ਔਰ ਇਹਨਾਂ ਦੋਨਾਂ ਖਾਨਦਾਨਾਂ ਦੇ ਆਪਸ ਵਿੱਚ ਹਮੇਸ਼ਾ ਜੰਗ ਹੁੰਦੇ ਰਹਿੰਦੇ ਸਨ। ਪਰੰਤੂ ਮਰਹੱਟੇ ਲੋਕ ਬਹੁਤ ਬਹਾਦਰ ਸੇ, ਜਿਸ ਪਰ ਉਹਨਾਂ ਨੇ ਰਾਜਪੂਤਾਂ ਦੇ ਪੈਰ ਹਿਲਾ ਦਿੱਤੇ ਸਨ, ਜਿਨ੍ਹਾਂ ਦੇ ਭੈ ਕਰਕੇ ਬਹੁਤ ਸਾਰੇ ਰਾਣੇ ਰਾਜਪੂਤ ਉੱਤਰੀ ਪਹਾੜਾਂ ਵਿੱਚ ਜਾ ਵਸੇ ਸਨ। ਔਰ ਉਸ ਜਗ੍ਹਾ ਪਰ ਵੀ ਆਪਣੀ ਤੇਗ ਦੀ ਸਮਰੱਥਾ ਨਾਲ ਉਹਨਾਂ ਨੇ ਪਹਾੜੀ ਗਰੀਬਾਂ ਲੋਕਾਂ ਨੂੰ ਦਬਾ ਕੇ ਆਪਣੀ ਰਾਜਧਾਨੀਆਂ ਨੂੰ ਕਾਇਮ ਕਰ ਲਿੱਤਾ, ਜਿਸ ਦੇ ਨਮੂਨੇ ਅੱਜ ਤੱਕ ਪਹਾੜਾਂ ਵਿੱਚ ਛੋਟੀਆਂ ਮੋਟੀਆਂ ਕਈ ਰਾਜਧਾਨੀਆਂ ਪਾਈਆਂ ਜਾਂਦੀਆਂ ਹਨ। ਔਰ ਉਹ ਲੋਕ ਆਪਣੇ ਆਪ ਨੂੰ ਠਾਕੁਰ ਕਹਿਲਾਉਂਦੇ ਹਨ ਔਰ ਆਪਣੇ ਆਪ ਨੂੰ ਸਭ ਦੇ ਉੱਚੇ ਜਾਣਦੇ ਹਨ। ਜਦ ਉਹਨਾਂ ਨੇ ਆਪਣੀ ਸਮਰੱਥਾ ਪਹਾੜਾਂ ਦੇ ਆਸਰ ਬਹੁਤ ਵਧਾ ਲਈ, ਤਦ ਉਹਨਾਂ ਮਰਹੱਟਾਂ ਨੂੰ ਵੀ ਪਤਾ ਲੱਗਾ ਔਰ ਉਹ ਉਹਨਾਂ ਨੂੰ ਉਸ ਪੁਰਾਣੇ ਦਬਾਉਂਦੇ ਖਿਆਲ ਨਾਲ ਧਮਕਾਉਣ ਔਰ ਉਹਨਾਂ ਦੀ ਸੁੰਦਰ ਜਵਾਨ ਕੰਨਿਆ ਨੂੰ ਜ਼ਬਰਦਸਤੀ ਲੈ ਜਾਣਾ ਪਸੰਦ ਕਰਦੇ ਸਨ। ਪਰੰਤੂ ਉਸ ਵੇਲੇ ਉਹ ਕੰਨਿਆ ਜੋ ਇੱਕ ਰਾਜਪੂਤ ਖੂਨ ਦੇ ਜੋਸ਼ ਵਿੱਚ ਮੱਤੀਆਂ ਹੁੰਦੀਆਂ ਸਨ, ਸੋ ਆਪਣੇ ਬਚਾਓ ਲਈ ਉਹਨਾਂ ਨਾਲ ਐਸੇ ਆਹਦ ਕਰ ਲੈਂਦੀਆਂ ਸਨ ਕਿ ਜੇ ਤੁਸੀਂ ਸਾਨੂੰ ਜੰਗ ਕਰਕੇ ਜਿੱਤ ਲਵੋਗੇ ਤਾਂ ਅਸੀਂ ਤੁਹਾਡੇ ਨਾਲ ਸ਼ਾਦੀ ਕਰ ਲਵਾਂਗੇ, ਕਿਉਂਕਿ ਪੁਰਾਣੇ ਸਮਿਆਂ ਵਿੱਚ ਰਾਜਕੁਮਾਰੀਆਂ ਅਕਸਰ ਆਪਣੇ ਵਿਆਹਾਂ ਵਾਸਤੇ ਐਸੀਆਂ ਪ੍ਰਤਿੱਗਿਆ ਕਰਦੀਆਂ ਹੁੰਦੀਆਂ ਸਨ, ਜੈਸਾ ਕਿ ਸੀਤਾ, ਦ੍ਰੋਪਦੀ ਅਤੇ ਦਮਯੰਤੀ ਆਦਿਕ ਨੇ ਦੇ ਇਤਿਹਾਸ ਗਵਾਹੀ ਦੇ ਰਹੇ ਹਨ। ਉਹਨਾਂ ਦੀ ਇਸ ਬਹਾਦਰੀ ਨੂੰ ਸੁਣ ਕੇ ਮਰਹੱਟੇ ਲੋਕ ਵੀ, ਜੋ ਵੱਡੇ ਬਹਾਦਰ ਹੁੰਦੇ ਸਨ, ਆਪਣੀ ਸੈਨਾ ਲਾ ਕੇ ਚੜ੍ਹਾਈ ਕਰਦੇ ਸਨ, ਜਿਸ ਪਰ ਉਹ ਪਹਾੜੀ ਲੜਾਈ ਦੇ ਆਦੀ ਨਾ ਹੋਣ ਕਰਕੇ ਔਰ ਪਹਾੜਾਂ ਦੇ ਰਸਤੇ ਬਣਾਉਣੇ ਕਠਨ ਔਰ ਨਾਮਾਲੂਮ ਹੋਣ ਕਰਕੇ ਉਹਨਾਂ ਪਹਾੜ ਦੀ ਰਹਿਣੇ ਵਾਲੀ ਕੰਨਿਆ ਦੇ ਅੱਗੇ ਠਹਿਰ ਨਹੀਂ ਸਕਦੇ ਸਨ। ਜੈਸਾ ਕਿ ਅੱਜ ਕੱਲ੍ਹ ਵੀ ਸਰਹੱਦੀ ਪਹਾੜਾਂ ਦੇ ਪਠਾਨ ਥੋੜੇ ਜਿਹੇ ਵੀ ਸਰਕਾਰੀ ਫੌਜ ਨੂੰ ਪਹਾੜੀ ਰਸਤੇ ਦੇ ਕਾਰਨ ਬਹੁਤ ਦੁੱਖ ਦਿੰਦੇ ਹਨ, ਇਸੇ ਤਰ੍ਹਾਂ ਉਹ ਵੀ ਉਹਨਾਂ ਆਪਣੇ ਦੁਸ਼ਮਣਾਂ ਨੂੰ ਸ਼ਿਕਸਤ ਦੇ ਦਿੰਦੀਆਂ ਸਨ। ਉਹਨਾਂ ਦੀ ਇਸ ਬਹਾਦਰੀ ਨੂੰ ਦੇਖ ਕੇ ਉਹਨਾਂ ਦੇ ਮਾਤਾ ਪਿਤਾ ਔਰ ਦੇਸੀ ਲੋਕ ਵੱਡੇ ਸਤਿਕਾਰ ਕਰਦੇ ਸਨ ਅਤੇ ਦੇਵੀ ਆ ਕੇ ਪੂਜਦੇ ਹੁੰਦੇ ਸਨ, ਜਿਸ ਤੇ ਉਹਨਾਂ ਦਾ ਇੱਥੋਂ ਤੱਕ ਰਿਵਾਜ ਉਹਨਾਂ ਦੇ ਦੇਹ ਤਿਆਗ ਮਗਰੋਂ ਪੈ ਗਿਆ, ਜੋ ਮੰਦਿਰ ਬਣਾ ਕੇ ਵਿੱਚ ਉਹਨਾਂ ਦੀਆਂ ਮੂਰਤੀਆਂ ਜਾਂ ਪਿੰਡੀਆਂ ਅਰਥਾਤ ਸਮਾਧਾਂ ਰੱਖ ਕੇ ਮੇਲੇ ਲਗਾਉਣ ਲੱਗੇ ਔਰ ਰਾਜ ਕ੍ਰਿਸ਼ਨ ਵਾਂਗ ਪਰਮੇਸ਼ਰ ਦਾ ਅਵਤਾਰ ਜਾਂ ਉਸ ਦੀ ਸ਼ਕਤੀ ਇਸਤਰੀ ਦਾ ਰੂਪ ਧਾਰ ਕੇ ਰਾਖਸ਼ਾਂ ਨੂੰ ਮਾਰਨ ਆਈ ਆਖਣ ਲੱਗ ਗਏ ਸਨ। ਜਿਸ ਤਰ੍ਹਾਂ ਰਾਮ ਕ੍ਰਿਸ਼ਨ ਨੂੰ ਰਾਖਸ਼ਾਂ ਦੇ ਮਾਰਨ ਲਈ ਪਰਮੇਸ਼ਰ ਦਾ ਅਵਤਾਰ ਮੰਨਦੇ ਹਨ, ਇਸੇ ਤਰ੍ਹਾਂ ਇਹਨਾਂ ਦੀ ਪੂਜਾ ਹੋਣ ਲੱਗੀ। ਪਰੰਤੂ ਜੇ ਵਿਚਾਰ ਕੇ ਦੇਖਿਆ ਜਾਂਦਾ ਹੈ ਤਾਂ ਕੇਵਲ ਰਾਮ ਕ੍ਰਿਸ਼ਨ ਦੇ ਵਿਰੋਧੀਆਂ ਨੂੰ ਰਾਖਸ਼ ਉਹਨਾਂ ਨਾਲ ਲੜਨੇ ਕਰਕੇ ਹੀ ਆਖਿਆ ਜਾਂਦਾ ਹੈ, ਨਹੀਂ ਤਾਂ ਉਹ ਵੱਡੇ ਕੁਲੀਨ ਔਰ ਬ੍ਰਾਹਮਣ ਛਤਰੀ ਰਾਜਾ ਸਨ। ਜੈਸਾ ਕਿ ਰਾਵਣ ਇੱਕ ਦੱਖਣੀ ਸਮੁੰਦਰ ਦੇ ਲੰਕਾ ਨਾਮੇ ਟਾਪੂ ਦਾ ਬ੍ਰਾਹਮਣ ਰਾਜਾ ਸੀ, ਜੋ ਵੱਡਾ ਭਾਰੀ ਪੰਡਿਤ ਸੀ, ਇਸੇ ਤਰ੍ਹਾਂ ਕੰਸ ਵੀ ਕ੍ਰਿਸ਼ਨ ਜੀ ਦੀ ਮਾਈ ਦੇਵਕੀ ਜੀ ਦਾ ਭਾਈ ਅਤੇ ਕ੍ਰਿਸ਼ਨ ਦਾ ਮਾਮਾ ਸੀ, ਜਿਸ ਤੇ ਇਹਨਾਂ ਦਾ ਰਾਖਸ਼ ਹੋਣਾ ਕੋਈ ਸਿੱਧ ਨਹੀਂ ਹੁੰਦਾ, ਕਿਉਂਕਿ ਰਾਵਣ ਦੀ ਇਸਤਰੀ ਔਰ ਛੋਟਾ ਭਾਈ ਭਵੀਖਨ ਜੋ ਰਾਮ ਨਾਲ ਪ੍ਰੇਮ ਰੱਖਦੇ ਸੇ, ਉਹਨਾਂ ਨੂੰ ਲੋਕ ਰਾਖਸ਼ ਨਹੀਂ ਆਖਦੇ। ਇਸੇ ਤਰ੍ਹਾਂ ਕੰਸ ਦੀ ਭੈਣ ਦੇਵਕੀ ਜੀ ਨੂੰ ਕ੍ਰਿਸ਼ਨ ਦੀ ਮਾਈ ਹੋਣ ਕਰਕੇ ਰਾਖਸ਼ਨੀ ਨਹੀਂ ਕਹਿੰਦੇ, ਪਰੰਤੂ ਰਾਵਣ ਅਤੇ ਕੰਸ ਨੂੰ ਰਾਮ ਕ੍ਰਿਸ਼ਨ ਦੇ ਵਿਰੋਧੀ ਹੋਣ ਕਰਕੇ ਰਾਖਸ਼ ਬੋਲਦੇ ਹਨ। ਇਸੇ ਤਰ੍ਹਾਂ ਉਹਨਾਂ ਰਾਜਕੁਮਾਰੀਆਂ ਨਾਲ ਸ਼ਾਦੀ ਕਰਾਉਣ ਦੀ ਇੱਛਾ ਕਰਨੇ ਵਾਲੇ ਸ਼ੁੰਭ ਜੈਸੇ ਮਰਹੱਟਿਆਂ ਰਾਜਿਆਂ ਨੂੰ ਰਾਵਣ ਕੰਸ ਵਾਂਗ ਉਸ ਸਮੇਂ ਰਾਖਸ਼ ਆਖਦੇ ਸਨ ਅਤੇ ਉਹਨਾਂ ਦੇ ਆਪਣੇ ਸੱਤ ਰੱਖਣ ਵਾਲੀਆਂ ਰਾਜ ਕੰਨਿਆਂ ਨੂੰ ਲੋਕ ਦੇਵੀਆਂ ਸਾਦੇ ਸਨ। ਦੋਹਰਾ ਇਹੋ ਇਸ ਵਿੱਚ ਭੇਦ ਹੈ, ਜੋ ਮੈਂ ਕਿਹਾ ਸੁਣਾਏ, ਜਰਾ ਵਿਚਾਰੇ ਮਨ ਵਿਖੇ ਸਭ ਸ਼ੰਕਾ ਮਿਟ ਜਾਏ।
ਦੁਰਗਾ ਭਗਤ ਦੋਹਰਾ। ਇਹ ਤਾਂ ਤੈਂ ਕੁਝ ਹੋਰ ਹੀ ਦਿੱਤਾ ਹਾਲ ਸੁਣਾਏ, ਡਾਢਾ ਬੁੱਕਲ ਵਿੱਚ ਤੇ ਜੜਿਆ ਗੁਲੇਲਾ ਚਾਏ। ਭਾਵ ਇਹਦਾ ਤਾਂ ਇੱਕ ਨਵੀਂ ਹੀ ਗੱਲ ਦੱਸੀ ਹੈ ਜੋ ਅੱਜ ਤੱਕ ਕਿਸੇ ਨਾ ਸੁਣੀ ਹੈ ਔਰ ਨਾ ਕਿਤੇ ਪੁਸਤਕ ਜਾਂ ਤਾਰੀਖ ਵਿਖੇ ਹੀ ਲਿਖੀ ਹੋਈ ਹੈ। ਇਸ ਵਾਸਤੇ ਇਸ ਦਾ ਸਬੂਤ ਸਾਨੂੰ ਪੂਰਾ ਮਿਲਣਾ ਕਠਿਨ ਹੈ। ਫਿਰ ਜਿਸ ਦਾ ਸਬੂਤ ਨਹੀਂ ਹੈ ਉਸ ਪਰ ਇਤਬਾਰ ਕਰਨਾ ਵੀ ਇੱਕ ਸੰਭਵ ਗੱਲ ਨਹੀਂ ਹੈ। ਇਸ ਵਾਸਤੇ ਤੈਨੂੰ ਚਾਹੀਦਾ ਹੈ ਜੋ ਪਹਿਲੇ ਇਸ ਬਾਤ ਦੇ ਸੱਚੀ ਕਰਨ ਲਈ ਆਪਣੇ ਸਬੂਤ ਦੇਵੇਂ ਜਿਸ ਪਰ ਸਾਨੂੰ ਵਿਸ਼ਵਾਸ ਹੋਵੇ। ਤਤ ਖਾਲਸਾ ਦੋਹਰਾ। ਅਨਮਾਨਾ ਕਰ ਹੋਵਦੇ ਬਹੁਤ ਚਿਰਾਂ ਦੇ ਗਿਆਨ, ਜੋ ਕੋਲਾ ਪੱਥਰ ਕਹੈ ਸੇ ਉਹ ਬ੍ਰਿਖ ਮਹਾਨ। ਭਾਵ ਕਈ ਵਸਤੂਆਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਜਾਣਨਾ ਸਾਨੂੰ ਅੱਜ ਕੱਲ੍ਹ ਅਸੰਭਵ ਤੇ ਤੁੱਲ ਹੋ ਗਿਆ ਹੈ, ਪਰੰਤੂ ਉਸ ਪੁਰਾਣੇ ਸਮੇਂ ਦੇ ਨਿਸ਼ਾਨ ਮਿਲਣੇ ਤੇ ਸਾਨੂੰ ਇਹ ਗਿਆਨ ਜ਼ਰੂਰ ਹੋ ਜਾਂਦਾ ਹੈ ਕਿ ਕਿਸੇ ਸਮੇਂ ਉਸ ਵਸਤੂ ਜਾਂ ਉਹ ਵਸਤੂ ਇੱਥੇ ਜ਼ਰੂਰ ਸੀ ਔਰ ਉਸ ਦੀਆਂ ਇਹ ਨਿਸ਼ਾਨੀਆਂ ਹਨ। ਜਿਸ ਤਰ੍ਹਾਂ ਜਦ ਅਸੀਂ ਕੋਇਲੇ ਵਾਲੇ ਪਹਾੜ ਪਰ ਜਾ ਕੇ ਪੱਥਰ ਦੇ ਕੋਇਲੇ ਦੇ ਨਿਸ਼ਾਨ ਦੇਖਦੇ ਹਾਂ ਤਦ ਕਿਆ ਮਾਲੂਮ ਹੁੰਦਾ ਹੈ ਕਿ ਜੋ ਉਹਨਾਂ ਦੀ ਨਿਰੀ ਪੂਰੀ ਰੁੱਖਾਂ ਦੀ ਸ਼ਕਲ ਨਜ਼ਰ ਆਉਂਦੀ ਹੈ, ਜਿਨ੍ਹਾਂ ਦੇ ਪੇੜ ਔਰ ਡਾਲੇ ਉਮੀ ਤਰ੍ਹਾਂ ਪਏ ਹਨ ਜਾਂ ਉਸੇ ਤਰ੍ਹਾਂ ਪਏ ਹਨ ਜਿਸ ਤਰ੍ਹਾਂ ਰੁੱਖ ਦੇ ਹੁੰਦੇ ਹਨ, ਪਰੰਤੂ ਅੱਜ ਕੱਲ੍ਹ ਉਹੀ ਆਪਣੀ ਸੂਰਤ ਨੂੰ ਪੱਥਰ ਦੀ ਕਾਲੀ ਸ਼ਕਲ ਵਿੱਚ ਬਦਲੇ ਹੋਏ ਹਨ ਜਿਸ ਤੇ ਸਾਨੂੰ ਇਤਨਾ ਗਿਆਨ ਹੋ ਜਾਂਦਾ ਹੈ ਕਿ ਕਿਸੇ ਸਮੇਂ ਇਹ ਪੱਥਰ ਨਹੀਂ ਸਨ, ਕੇਵਲ ਪੱਥਰ ਜ਼ਮੀਨ ਪਰ ਰੁੱਖ ਸੀ। ਕਾਲ ਕਰਮ ਨਾਲ ਜਿਸ ਜਗ੍ਹਾ ਪਰ ਸਮੁੰਦਰ ਨੇ ਆਪਣਾ ਚਮਤਕਾਰ ਦਿਖਾ ਕਿ ਇਸ ਧਰਤੀ ਨੂੰ ਅਜਿਹਾ ਰੰਗ ਚਾੜਿਆ ਹੈ ਕਿ ਉਹ ਪਹਾੜ ਦੀ ਸੂਰਤ ਵਿੱਚ ਬਦਲ ਗਈ ਔਰ ਸਮਾਂ ਪਾ ਕੇ ਉਹ ਸਮੁੰਦਰ ਵੀ ਉਸ ਨੂੰ ਛੱਡ ਗਿਆ, ਜਿਸ ਤੇ ਖਾਲੀ ਪਹਾੜ ਹੀ ਰਹਿ ਗਏ, ਪਰੰਤੂ ਉਹ ਰੁੱਖ ਉਸੇ ਤਰ੍ਹਾਂ ਉਸ ਪਹਾੜ ਵਿੱਚ ਮਿਲ ਕੇ ਇੱਕ ਪੱਥਰ ਦਾ ਰੂਪ ਹੋ ਗਏ, ਜਿਸ ਤੇ ਉਹਨਾਂ ਦਾ ਨਾਮ ਪੱਥਰ ਦਾ ਕੋਇਲਾ ਪੈ ਗਿਆ। ਹੁਣ ਜੇ ਕਿਸੇ ਨੂੰ ਇਹ ਗੱਲ ਦੱਸੀਏ ਕਿ ਇਹ ਰੁੱਖ ਸੀ ਤਦ ਉਹ ਅੱਗੋਂ ਹਾਸੀ ਕਰਦਾ ਹੈ ਔਰ ਨਾ ਮੁਮਕਿਨ ਜਾਣਦਾ ਹੈ, ਪਰੰਤੂ ਅਸਲ ਵਿੱਚ ਉਹ ਨਿਸ਼ਾਨ ਦੱਸਦੇ ਹਨ ਕਿ ਜੋ ਇਸ ਵੇਲੇ ਅਸੰਭਵ ਪ੍ਰਤੀਤ ਹੁੰਦਾ ਹੈ ਸੋ ਕਿਸੇ ਸਮੇਂ ਪਰ ਸੰਭਵ ਸੀ। ਇਸ ਬਾਤ ਦਾ ਸਬੂਤ ਉਸ ਸਮੇਂ ਦੀ ਤਾਰੀਖੀ ਲੜਾਈ ਚੋਂ ਜੋ ਮਰਹੱਟਿਆਂ ਔਰ ਰਾਜਪੂਤਾਂ ਵਿੱਚ ਹੁੰਦੀ ਸੀ ਅਤੇ ਉਹਨਾਂ ਦੇ ਪੁਰਾਣੇ ਅੱਜ ਕੱਲ੍ਹ ਦੇ ਨਾਮ ਦੇ ਰਹੇ ਹਨ, ਕਿਉਂਕਿ ਮਰਹੱਟਿਆਂ ਦੇ ਨਾਮ ਉਸ ਵੇਲੇ ਸੁੰਭ, ਨਸੁੰਭ, ਮੁੰਡ ਅਤੇ ਚੰਡ ਆਦਿਕ ਹੁੰਦੇ ਸਨ ਔਰ ਉਹਨਾਂ ਦੀਆਂ ਇਸਤਰੀਆਂ ਦੇ ਨਾਮ ਅੱਗੇ ਬਾਈ ਆਉਂਦਾ ਸੀ, ਜੈਸਾ ਕਿ ਕਰਮਾ ਬਾਈ ਅਤੇ ਮੀਰਾ ਬਾਈ ਮਰਹੱਟੀ ਇਸਤਰੀਆਂ ਸਨ। ਉਸੇ ਤਰ੍ਹਾਂ ਦੇ ਨਾਮ ਮਰਹੱਟਿਆਂ ਵਿੱਚ ਅੱਜ ਤੱਕ ਮਸ਼ਹੂਰ ਹਨ, ਜੈਸਾ ਕਿ ਸ਼ਿਵਾ ਜੀ ਦੇ ਪੁੱਤਰ ਦਾ ਨਾਮ ਸੰਭਾ ਸੀ, ਜਿਸ ਦੇ ਅੱਗੇ ਵਡਿਆਈ ਕਹਿ ਕੇ ਜੀ ਲਗਾ ਦਿੱਤਾ, ਜਿਸ ਨੂੰ ਸੰਭਾ ਜੀ ਆਖਦੇ ਹਨ। ਇਸੇ ਤਰ੍ਹਾਂ ਚੰਡ ਔਰ ਮੁੰਡ ਦੇ ਨਿਸ਼ਾਨ ਵੀ ਉਸ ਦੇਸ਼ ਦੇ ਅੱਜ ਤੱਕ ਨਾਮ ਚਾਂਡ, ਨਾਟ ਆਦਿਕ ਪਾਏ ਜਾਂਦੇ ਹਨ। ਇਸੇ ਤਰ੍ਹਾਂ ਰਾਵਣ ਦੇ ਮਾਮੇ ਦਾ ਨਾਮ ਤ੍ਰਿਮੰਡ ਸੀ, ਜਿਸ ਤੇ ਇਹ ਸਾਬਤ ਹੁੰਦਾ ਹੈ ਕਿ ਇਹ ਸਭ ਮਰਹੱਟੇ ਲੋਕ ਸਨ, ਜਿਨ੍ਹਾਂ ਨੂੰ ਰਾਜਪੂਤ ਲੋਕ ਆਪਣੀ ਦੁਸ਼ਮਣੀ ਦੇ ਕਾਰਨ ਰਾਖਸ਼ ਸੱਦਦੇ ਸਨ। ਇਸ ਦੇ ਅੱਗੇ ਰਾਜਪੂਤਾਂ ਦੀ ਇਸਤਰੀਆਂ ਦੇ ਨਾਮ ਅੱਗੇ ਦੇਵੀ ਪਦ ਆਉਂਦਾ, ਜਿਸ ਤੇ ਉਹਨਾਂ ਨੂੰ ਅਸਲੀ ਪਹਿਲੇ ਨਾਮ ਦਾ ਹਿੱਸਾ ਛੱਡ ਕੇ ਸਾਰੇ ਦੇਵੀਆਂ ਆਖਣ ਲੱਗ ਗਏ, ਜੈਸਾ ਕਿ ਦੇਵਲ ਦੇਵੀ, ਕਮਲਾ ਦੇਵੀ ਆਦਿਕ ਨਾਮ ਸੇ। ਸੋ ਇਹਨਾਂ ਨਾਮਾਂ ਨਾਲ ਮਿਲਣ ਤੇ ਪਾਇਆ ਜਾਂਦਾ ਹੈ ਕਿ ਜੋ ਨਿਰਸੰਦੇਹ ਰਾਜਪੂਤਾਂ ਦੀਆਂ ਲੜਕੀਆਂ ਸਨ ਔਰ ਆਪਣੇ ਵਿਰੋਧੀ ਮਰਾਠਿਆਂ ਨੂੰ ਰਾਖਸ਼ ਜਾਣ ਕੇ ਲੜਦੀਆਂ ਸਨ। ਜਿਸ ਤਰ੍ਹਾਂ ਇਸ ਦੇਸ਼ ਪਰ ਜਦ ਤੁਰਕ ਹਮਲੇ ਕਰਦੇ ਸਨ ਔਰ ਇਥੋਂ ਦੀਆਂ ਇਸਤਰੀਆਂ ਨੂੰ ਪਕੜ ਕੇ ਲੈ ਜਾਂਦੇ ਸਨ, ਤਦ ਉਹ ਇਸ ਦੇਸ਼
ਵਾਲੇ ਉਹਨਾਂ ਨੂੰ ਰਾਸ਼ੇ, ਜੋ ਰਾਖਸ਼ ਪਦ ਦਾ ਵਿਗੜ ਕੇ ਰਾਸ਼ਾ ਬਣ ਗਿਆ ਹੈ, ਬੋਲਦੇ ਸਨ। ਅਰ ਕੋਈ ਉਹਨਾਂ ਦਾ ਨਾਮ ਰਹੇਲ ਆਖਦੇ ਸਨ, ਜੋ ਰੋਹਲੇ ਅਰਥਾਤ ਕ੍ਰੋਧੀ ਵਿੱਚੋਂ ਨਿਕਲਿਆ ਹੈ। ਇਸੇ ਤਰ੍ਹਾਂ ਨਾਲ ਮਲੇਸ਼ ਵੀ ਸੱਦਦੇ ਸਨ ਅਤੇ ਉਹਨਾਂ ਦੇ ਕੌਮਾਂ ਦਾ ਆਪਸ ਵਿੱਚ ਮੁਲਕੀ ਜੰਗ ਸੀ। ਅਰ ਜੋ ਉਹਨਾਂ ਦੀਆਂ ਬੇਗੁਨਾਹ ਇਸਤਰੀਆਂ ਪਰ ਹਮਲਾ ਕਰਦਾ ਸੀ, ਸੋਈ ਉਹਨਾਂ ਵਿੱਚ ਰਾਖਸ਼ਪੁਣਾ ਸੀ। ਅਤੇ ਉਹਨਾਂ ਧਰਮਾਤਮਾ ਕੰਸਾਂ ਦਾ ਆਪਣੀ ਭੁਜਾ ਦੇ ਬਲ ਨਾਲ ਉਹਨਾਂ ਨੂੰ ਬਚਾਉਣਾ ਹੀ ਉਹਨਾਂ ਨੂੰ ਦੇਵੀ ਪਦ ਦਾ ਅਧਿਕਾਰੀ ਬਣਾਉਂਦਾ ਸੀ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।